नरेंद्र मोदी ਦਾ ਗੁਰਦੁਆਰਾ ਰਕਾਬਗੰਜ ਸਾਹਿਬ ਜਾਣਾ ਇਹ ਸ਼ੋ ਕਰਦਾ ਹੈ ਕਿ ਉਹ ਜਿਹੜੀ ਇਸ ਅੰਦੋਲਨ ਦੀ ਤਾਪ ਹੈ ਨਾ ਉਹਨੂੰ ਮਹਿਸੂਸ ਕਰ ਰਿਹਾ ਤੇ ਉਹਨਾਂ ਨੂੰ ਲੱਗ ਰਿਹਾ ਕਿ ਮੈਨੂੰ ਵੀ ਕੁਝ ਕਰਕੇ ਵਿਖਾਉਣਾ ਪਏਗਾ। ਮੁਸਲਮਾਨਾਂ ਦੇ ਖਿਲਾਫ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹ ਦੂਜਾ ਫਰੰਟ ਅਜੇ ਸਿੱਖਾਂ ਦੇ ਖਿਲਾਫ ਖੋਲਣ ਦੀ ਸਿਚੁਏਸ਼ਨ 'ਚ ਨਹੀਂ ਹੈ। ਬੀਜੇਪੀ ਪੰਜਾਬ ਦੇ ਵਿੱਚ ਕੱਲਿਆਂ ਜਾਣਾ ਚਾਹੁੰਦੀ ਹੈ, ਇਸ ਕਰਕੇ ਹੋ ਸਕਦਾ ਹੈ ਕਿ ਉਹਨੇ ਸੋਚਿਆ ਹੋਏ ਕਿ ਮੈਂ ਇਹਦੇ ਵਿੱਚ ਥੋੜਾ ਜਿਹਾ ਆਪਣੀ ਓਵਲੀ ਇਮੇਜ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰਾਂ, ਪ੍ਰੋਪਗੈਂਡਾ ਕਰਨ ਵਾਸਤੇ ਐਵੇਂ ਆਪਣਾ ਸਰਕਾਰ ਦੇ ਵਸੀਲੇ ਇਸਤੇਮਾਲ ਨਹੀਂ ਕਰ ਸਕਦੀ। ਖੈਰ ਇਹ ਸਰਕਾਰ ਤਾਂ ਸਭ ਕੁਝ ਹੀ ਕਰੀ ਜਾਂਦੀ ਹੈ, ਹੁਣ ਤਾਂ ਫੇਸਬੁੱਕ ਨੂੰ ਵੀ ਓਵਰਟੇਕਨ ਕੀਤਾ ਹੋਇਆ, WhatsApp ਨੂੰ ਵੀ ਓਵਰਟੇਕਨ ਕੀਤਾ ਹੋਇਆ। ਕਾਫੀ ਦੇ ਆਪਾਂ ਦੇਖੀਏ ਕਿ ਕੈਂਪੇਨਸ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਕਈ ਵਾਰੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਸਾਹਮਣੇ ਆ ਜਾਂਦੀ ਹੈ। ਪਿਛਲੇ ਦਿਨੀ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪੇਜ ਤੋਂ ਕਿਸਾਨਾਂ ਦੀ ਜਿਹੜੀ ਪ੍ਰਮੋਸ਼ਨ ਨੂੰ ਲੈ ਕੇ ਇੱਕ ਆਰਟਿਸਟ ਜਿਹੜੇ ਹੈਗੇ ਨੇ ਉਹਨਾਂ ਦਾ ਖੁਦ ਦਾ ਜਿਹੜਾ ਚੱਲਦਾ ਹੈਗਾ ਸਾਰਾ ਆਪਾਂ ਕਹਿ ਲਈਏ ਕਿ ਸੈਟਅਪ ਹਰਪ ਫਾਰਮਰ ਕਰਕੇ, ਤੇ ਉਹਨਾਂ ਦੀ ਜਿਹੜੀ ਤਸਵੀਰ ਹੈ ਇੱਕ ਇਸ ਤਰੀਕੇ ਨਾਲ ਕਿ ਖੁਸ਼ਹਾਲ ਕਿਸਾਨ ਬਹੁਤ ਖੁਸ਼ਹਾਲ ਹੈ ਉਹ ਲਗਾਈ ਗਈ ਔਰ ਬਾਅਦ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਔਰ ਸਾਹਮਣੇ ਆ ਕੇ ਉਹਨਾਂ ਨੇ ਇੰਟਰਵਿਊਜ਼ ਵੀ ਦਿੱਤੀਆਂ ਕਿ ਮੈਂ ਤਾਂ ਇੱਥੇ ਸਿੰਘੂ ਬਾਰਡਰ ਤੇ ਹਾਂ, ਮੈਂ ਤਾਂ ਇੱਥੇ ਮੋਰਚੇ ਦੇ ਵਿੱਚ ਹਾਂ, ਤੇ ਜਿਹੜੀ ਸਰਕਾਰ ਹੈ ਜਿਹੜੀ ਸਰਕਾਰੀ ਏਜੰਸੀਆਂ ਹਨ ਉਹ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰਮੋਟ ਕਰ ਰਹੀਆਂ ਨੇ। ਦੂਸਰੀ ਜਿਹੜੀ ਹੈ MSP ਨੂੰ ਲੈ ਕੇ ਵੀ ਜਿਹੜਾ ਹੈ ਕਿਸਾਨਾਂ ਵੱਲੋਂ ਇੱਕ ਜਾਰੀ ਕੀਤਾ ਗਿਆ ਇੱਕ ਪੂਰਾ ਉਹਨਾਂ ਨੇ ਜਿਹੜਾ ਆਪਾਂ ਕਹਿ ਲਈਏ ਕਿ MSP ਦੇ ਪ੍ਰਾਈਸਿਸ ਦੇ ਵਿੱਚ ਕਿੰਨਾ ਘਾਟਾ ਹੋਇਆ ਉਹ ਚੀਜ਼ਾਂ ਜਾਰੀ ਕੀਤੀਆਂ। ਇਸ ਤਰੀਕੇ ਦੀ ਜਿਹੜੀ ਗਲਤ ਪ੍ਰਚਾਰ ਜਿਹੜਾ ਹੋ ਰਿਹਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਲਈ, ਐਜ਼ ਏ ਜਰਨਲਿਸਟ ਤੁਸੀਂ ਇਹਨੂੰ ਕਿਸ ਕੈਂਪੇਨ ਦਾ ਹਿੱਸਾ ਮੰਨਦੇ ਹੋ, ਜਾਂ ਕਿ ਇਹ ਸਰਕਾਰ ਵੱਲੋਂ ਲੋਕਾਂ ਨੂੰ ਭਰਮਾਉਣ ਦੇ ਲਈ ਕੀਤਾ ਜਾ ਰਿਹਾ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ? ਦੇਖੋ ਇਹ ਤਾਂ ਜ਼ਾਹਿਰ ਦੀ ਗੱਲ ਹੈ ਕਿ ਸਰਕਾਰ ਜਦੋਂ ਇਹ ਪ੍ਰਚਾਰ ਕਰਨ ਤੇ ਆ ਰਹੀ ਹੈ ਕਿ ਬਈ ਆਪਾਂ ਇਹ ਕੁਝ ਕੀਤਾ, ਆਪਾਂ ਕਿਸਾਨਾਂ ਦੇ ਲਈ ਇਹ ਕੀਤਾ। ਦੇਖੋ ਅਗਰ ਤੁਸੀਂ ਫੈਕਟਸ ਤੇ ਜਾਓਗੇ ਤੇ ਇਹ ਸੱਚਾਈ ਹੈ ਕਿ ਜਿੰਨਾ ਝੋਨਾ ਪਿਛਲੇ ਸੀਜ਼ਨ 'ਚ ਖਰੀਦਿਆ ਗਿਆ ਉਹ ਰਿਕਾਰਡ ਹੈ ਤੇ ਤਕਰੀਬਨ ਪੰਜਾਬ ਤੋਂ ਵੀ 19% ਵੱਧ ਝੋਨਾ ਖਰੀਦਿਆ ਗਿਆ। ਇਹਦੇ ਵਿੱਚ ਕੋਈ ਉਹ ਨਹੀਂ ਹੈ, MSP ਦਿੱਤਾ ਗਿਆ, ਇਹ ਸੱਚਾਈ ਹੈ। ਜੇ ਤੁਸੀਂ ਕਹੋ ਕਿ ਉਹਦੇ ਵਿੱਚ ਸਾਨੂੰ ਅਸੀਂ ਇਹ ਗੱਲ ਤਾਂ ਕਰ ਹੀ ਨਹੀਂ ਰਹੇ ਕਿ ਨਹੀਂ ਖਰੀਦਿਆ ਗਿਆ, ਸਾਡਾ ਅੰਦੋਲਨ ਇਸ ਕਰਕੇ ਤਾਂ ਹੈ ਨਹੀਂ। ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਜੇ ਕੱਲ ਨੂੰ 2-3 ਸਾਲ ਬਾਅਦ ਜਦੋਂ ਮੰਡੀਆਂ ਦੇ ਵਿੱਚ ਦੂਜੀ ਮੰਡੀ ਬਣ ਜਾਏਗੀ ਤੇ ਇਹ ਮੰਡੀ ਅਗਰ ਮੰਨ ਲਓ ਬੰਦ ਹੋਣ ਲੱਗ ਪਏਗੀ ਤੇ ਉਹ ਕਾਰਪੋਰੇਟ ਵਾਲੀ ਮੰਡੀ ਜਿਹੜੀ ਹੋਏਗੀ, ਜੇ ਉਹਨੇ ਸਾਨੂੰ MSP ਨਾ ਦਿੱਤਾ ਫਿਰ ਸਾਡੀ ਕੀ ਗਰੰਟੀ ਹੈ? ਆਪਾਂ ਅੱਜ ਦੀ ਗੱਲ ਤਾਂ ਕਰ ਹੀ ਨਹੀਂ, ਸਰਕਾਰ ਪ੍ਰੋਪਗੈਂਡਾ ਕਰ ਰਹੀ। ਦੇਖੋ ਅੱਜ ਵੀ ਅਸੀਂ ਦਿੱਤਾ ਜੀ, ਵਧਾ ਕੇ ਦਿੱਤਾ ਜੀ, ਇਹ ਤੇ ਜ਼ਿਆਦਾ ਦਿੱਤਾ ਜੀ, ਪੰਜਾਬ ਤੋਂ ਜ਼ਿਆਦਾ ਖਰੀਦ ਕਰ ਰਹੇ ਆ, ਫਿਰ ਤੁਸੀਂ ਕਿਉਂ ਸ਼ੰਕਾ ਕਰ ਰਹੇ ਹੋ? ਅੱਜ ਦੀ ਗੱਲ ਤਾਂ ਆਪਾਂ ਕਰ ਹੀ ਨਹੀਂ ਰਹੇ, ਤਾਂ ਫਿਊਚਰ ਦੀ ਗੱਲ ਕਰ ਰਹੇ ਆ। ਠੀਕ ਹੈ। ਦੂਜੀ ਗੱਲ ਇਹ ਹੈ ਕਿ ਇਹਦੇ ਤੋਂ ਇਹ ਪਤਾ ਲੱਗਦਾ ਕਿ ਸਰਕਾਰ ਆਪਣਾ ਪ੍ਰੋਪਗੈਂਡਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬੀ ਵਿੱਚ ਟਵੀਟ ਕਰਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਗੁਰਦੁਆਰਾ ਰਕਾਬਗੰਜ ਸਾਹਿਬ ਜਾਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਜਿਹੜਾ ਆ 6 ਸਟੇਟਾਂ ਦੇ ਫਾਰਮਰਸ ਨਾਲ ਗੱਲ ਕਰਨਾ, ਤੇ ਇਹ ਜਿਹੜਾ ਹਰਪ ਵਾਲਾ ਜਿਹੜਾ ਤੁਸੀਂ ਫਾਰਮਰਸ ਦਾ ਦੱਸਿਆ ਆ, ਇਹ ਤਾਂ ਸਰਕਾਰ ਵਾਸਤੇ ਸ਼ਰਮਿੰਦਗੀ ਦੀ ਗੱਲ ਹੀ ਹੈ। ਕਿਉਂਕਿ ਅੱਜ ਮੈਂ ਸਿਰਫ ਹਰਪ ਦੀ ਗੱਲ ਨਹੀਂ ਕਰਦਾ, ਪੂਰੇ ਪੰਜਾਬ ਦਾ ਕਿਸਾਨ ਸਿਵਾਏ ਉਹ ਕੁਝ BJP ਦੇ ਜਿਹੜੇ ਕਹਿੰਦੇ ਚਾਰਕ ਬੰਦੇ ਕਹਿ ਲਈਏ ਬੱਟੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਸਪੋਰਟ ਕਰ ਰਹੇ ਆ। ਇਸ ਕਰਕੇ 99.9% ਸਪੋਰਟ ਕਿਸਾਨ ਜਿਹੜਾ ਉਸ ਅੰਦੋਲਨ ਦੀ ਕਰ ਰਿਹਾ। ਔਰ ਇਹ ਅੰਦੋਲਨ ਮੈਂ ਫਿਰ ਕਹਿ ਦੇਣਾ ਇਹ ਬਿਯੋਂਡ ਚਲਾ ਗਿਆ MSP ਆ ਕਿਸਾਨੀ ਗੱਲਾਂ ਤੋਂ, ਇਹ ਇੱਕ ਅਣਖ ਦਾ, ਵਕਾਰ ਦਾ, ਇੱਜ਼ਤ ਦਾ ਵੀ ਅੰਦੋਲਨ ਬਣ ਚੁੱਕਾ ਹੈ, ਕਿਉਂਕਿ ਇਹਨੂੰ ਹਰ ਪਾਸਿਓਂ ਇਹਨੂੰ ਸਪੋਰਟ ਮਿਲ ਰਹੀ ਹੈ। ਪਰ ਸਰਕਾਰ ਉਸ ਨੂੰ ਕਾਊਂਟਰ ਕਰਨ ਦੇ ਵਾਸਤੇ ਪੰਜਾਬੀ ਤੇ ਵੀ ਆ ਗਈ ਹੈ, ਪੰਜਾਬੀ 'ਚ ਆਪਣੇ ਐਡ ਵੀ ਦੇ ਰਹੀ ਹੈ। ਤੇ ਉਹ ਜਿਹੜਾ ਦੇਖੋ ਇਹ ਪੁਆਇੰਟਸ ਸਟੈਟਿਸਟਿਕਸ ਜਿਹੜੇ ਹੁੰਦੇ ਨੇ ਕਦੇ ਵੀ ਧੋਖਾ ਦੇ ਸਕਦੇ ਨੇ। ਹੁਣ ਸਟੈਟਿਸਟਿਕ ਤਾਂ ਠੀਕ ਹੈ ਕਿ ਬਈ ਖਰੀਦ ਹੋ ਰਹੀ ਹੈ, ਇਹ ਵੀ ਠੀਕ ਹੈ ਕਿ ਮੋਦੀ ਦੇ ਆਉਣ ਤੋਂ ਬਾਅਦ MSP ਵਧਿਆ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹਦੇ ਵਿੱਚ ਇਹ ਵੀ ਠੀਕ ਹੈ ਕਿ ਉਹ ਖਰੀਦ ਜਿਹੜੀ ਹੈ ਹੋ ਰਹੀ ਹੈ, ਔਰ ਇਸ ਸੀਜ਼ਨ 'ਚ ਵੀ ਖਰੀਦ ਠੀਕ ਠਾਕ ਹੋਈ ਹੈ। ਪਰ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਜਿਹੜਾ ਹੁਣ ਤੁਸੀਂ ਕਾਨੂੰਨ ਲਿਆਏ ਹੋ ਉਹਦੇ ਮੁਤਾਬਕ ਜਿਹੜਾ ਆ ਕੱਲ ਨੂੰ ਇਹ ਮੰਡੀ ਸਰਕਾਰੀ ਮੰਡੀ ਬੰਦ ਹੋਣ ਲੱਗ ਪਏਗੀ ਤੇ ਬਾਹਰ ਵਾਲੀ ਕਾਰਪੋਰੇਟ ਦੀ ਮੰਡੀ ਚਾਲੂ ਹੋਣ ਲੱਗ ਪਏਗੀ, ਤੇ ਇਹ ਬੰਦ ਹੋਣ ਤੋਂ ਬਾਅਦ ਉਹ ਕਾਰਪੋਰੇਟ ਸਾਨੂੰ ਐਵੇਂ ਹੀ MSP ਦੇਏਗਾ ਕਿ ਨਹੀਂ ਦੇਏਗਾ, ਕੀ MSP ਇਸੇ ਤਰ੍ਹਾਂ ਜਾਰੀ ਰਹੇਗਾ ਕਿ ਨਹੀਂ ਰਹੇਗਾ, ਸਾਨੂੰ ਉਹ ਗਰੰਟੀ ਦੀ ਗੱਲ ਹੈ। ਇਸ ਕਰਕੇ ਜਿਹੜੇ ਸਟੈਟਸ ਅੰਕੜੇ ਹੁੰਦੇ ਆ ਉਹ ਭਰਮਾ ਦਿੰਦੇ ਆ, ਤੇ ਇਸ ਕਰਕੇ ਇਹਦੇ ਵਿੱਚ ਸਾਨੂੰ ਬੜਾ ਜਾਗਰੂਕ ਰਹਿਣਾ ਪਏਗਾ। ਜਸਟੀਫਿਕੇਸ਼ਨ ਕਿੱਦਾਂ ਆਪਣੇ ਜਿਹੜਾ ਅਸੀਂ ਲੜ ਰਹੇ ਹਾਂ ਉਹਦੇ ਵਾਸਤੇ ਸਾਨੂੰ ਇਹ ਜਸਟੀਫਾਈਡ ਕਰਨਾ ਬਹੁਤ ਜ਼ਰੂਰੀ ਹੈ। ਜੇ ਮੰਨ ਲਵੋ ਆਪਾਂ ਲੜਾਈ ਕਰ ਰਹੀ ਹੈ ਕਿ ਆਪਾਂ
ਜੀ ਕਿਸਾਨ ਵੀਰਾਂ ਨੂੰ ਵੀ ਇਸ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਗੱਲ ਕੀਤੀ ਪ੍ਰਧਾਨ ਮੰਤਰੀ ਹੋਣਾ ਦੇ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਆਉਣ ਦੀ, ਜਾਂ ਚੁੱਪ ਚਪੀਤੇ ਆਪਾਂ ਕਹਿ ਲਈਏ ਕਿ ਬਿਨਾਂ ਕਿਸੇ ਅਨਾਉਂਸਮੈਂਟ ਤੋਂ ਆਉਂਦੇ ਹੈਗੇ ਆ, ਉੱਥੇ ਮੱਥਾ ਟੇਕਦੇ ਆ ਔਰ ਕਹਿੰਦੇ ਕਿ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਹੈਗਾ। ਐਜ਼ ਏ ਜਰਨਲਿਸਟ ਤੁਸੀਂ ਇਸ ਨੂੰ ਕਿਸ ਪੱਖ ਤੋਂ ਦੇਖਦੇ ਆ, ਜਾਂ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈਗੇ ਆ ਕਿ ਕੀ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਹੈ, ਜਾਂ ਇਹ ਹੁਣ ਆ ਕੇ ਹੋਇਆ ਹੈ, ਜਾਂ ਇਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਸਕਦੇ ਆ, ਜਾਂ ਉਹਨਾਂ ਦੀ ਇਸ ਨੀਅਤ ਦੇ ਵਿੱਚ ਕੋਈ ਇਮਾਨਦਾਰੀ ਹੈ? ਜੀ ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਰਦੁਆਰਾ ਰਕਾਬਗੰਜ ਸਾਹਿਬ ਜਾਣਾ ਇਹ ਸ਼ੋਅ ਕਰਦਾ ਹੈ ਕਿ ਉਹ ਜਿਹੜੀ ਇਸ ਅੰਦੋਲਨ ਦੀ ਤਾਪ ਹੈ ਨਾ, ਉਹਨੂੰ ਮਹਿਸੂਸ ਕਰ ਰਿਹਾ ਤੇ ਉਹਨਾਂ ਨੂੰ ਲੱਗ ਰਿਹਾ ਕਿ ਮੈਨੂੰ ਵੀ ਕੁਝ ਕਰਕੇ ਵਿਖਾਉਣਾ ਪਏਗਾ। ਤੇ ਇਸ ਕਰਕੇ ਉਹ ਆਪਣੀ ਇਹ ਵੀ ਦੱਸ ਰਹੇ ਨੇ, ਇਹੋ ਜੀ ਉਹਨਾਂ ਨੇ ਪਹਿਲਾਂ ਤਾਂ ਜਿਹੜੀ ਆਪਣੀ ਇੰਡੀਅਨ ਰੇਲਵੇਜ਼ ਹੈ ਜਿਹੜਾ ਟਿਕਟ ਬੁੱਕ ਕਰਾਉਂਦਾ ਹੈ, ਜਿਹਨੇ ਉਹਨਾਂ ਨੂੰ 2 ਕਰੋੜ ਈਮੇਲਸ ਭੇਜੀਆਂ ਕਿ ਵੀ ਦੇਖੋ ਮੈਂ ਤਾਂ ਕਰਤਾਰਪੁਰ ਦਾ ਕੋਰੀਡੋਰ ਵੀ ਖੁਲਵਾਇਆ ਤੇ ਮੈਂ 550 ਸਾਲ ਦੇ ਉੱਤੇ ਇਹ ਵੀ ਕੀਤਾ, ਮੈਂ ਉੱਥੇ ਤਕਰੀਬਨ 500 ਕਰੋੜ ਰੁਪਈਆ ਉਹ ਵੀ ਦਿੱਤਾ ਤੇ ਮੇਰੇ ਸਿੱਖਾਂ ਨਾਲ ਇਹ ਸੰਬੰਧ ਰਹੇ ਨੇ ਤੇ ਮੈਂ ਸਿੱਖਾਂ ਦੀ ਬੜੀ ਕਦਰ ਕਰਦਾ ਆ ਤੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਵੀ ਨਤਮਸਤਕ ਹੁੰਦਾ। ਬਈ ਇਹੀ ਮੋਦੀ ਹੈ ਜਿਹੜਾ ਕਿਸੇ ਮਸਜਿਦ 'ਚ ਨਹੀਂ ਜਾਂਦਾ ਜਾਂ ਕਿਸੇ ਦੀ ਟੋਪੀ ਨਹੀਂ ਪਾਉਂਦਾ, ਉਹ ਆਪਣਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ। ਦੂਜੀ ਗੱਲ ਜਿਹੜੀ ਹੈ, ਸਰਕਾਰ ਜਿਹੜੀ ਹੈ ਔਰ ਜੋ ਇਹ ਹੈ, ਇਹ ਅਜੇ ਮੁਸਲਮਾਨਾਂ ਦੇ ਖਿਲਾਫ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ, ਇਹ ਦੂਜਾ ਫਰੰਟ ਅਜੇ ਸਿੱਖਾਂ ਦੇ ਖਿਲਾਫ ਖੋਲਣ ਦੀ ਸਿਚੁਏਸ਼ਨ 'ਚ ਨਹੀਂ ਹੈ। ਬਾਕੀ ਤਾਂ ਆਪਾਂ ਜਾਣਦੇ ਹਾਂ ਕਿ ਆਈਡੀਓਲੋਜੀਕਲੀ ਕੀ ਦਿੱਕਤਾਂ ਨੇ ਤੇ ਕਿੱਦਾਂ ਕੀ ਸੋਚ ਹੈ ਕਿ ਨਹੀਂ ਹੈ। ਤੇ ਉਹਨੇ ਇੱਕ ਤਰ੍ਹਾਂ ਨਾਲ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਇਹ ਮੈਸੇਜ ਦਿੱਤਾ ਹੈ ਕਿ ਬਈ ਜਿਹੜੇ ਸਿੱਖ ਹੀ ਨੇ, ਕਿਉਂਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਦੇ ਵਿੱਚ ਤਕਰੀਬਨ 80-90% ਸਿੱਖ ਹੀ ਨੇ, ਤੇ ਇਸ ਕਰਕੇ ਉਹਨੇ ਉਸ ਤਰ੍ਹਾਂ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਮੈਂ ਤੁਹਾਡੇ ਨਾਲ ਆਇਆ, ਮੈਂ ਕੁਝ ਕਰਾ ਸਕਦਾ ਆ, ਜਾਂ ਆਪਣਾ ਮੈਨੂੰ ਐਂਟੀ ਸਿੱਖ ਨਹੀਂ ਆ। ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਦਿਖਾਉਣ ਦੀ। ਦੂਜਾ ਉਹਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਰਾਜਨੀਤੀ ਦੇ ਤੌਰ ਦੇ ਉੱਤੇ ਕਿ ਭਾਈ ਮੈਨੂੰ ਪੂਰੇ ਦੇਸ਼ ਵਿੱਚ ਤਾਂ ਸਮਰਥਨ ਹੈਗਾ, ਪਰ ਸਿਰਫ ਜਿਹੜੇ ਕੁਝ ਸਿੱਖ ਨੇ ਉਹ ਮੇਰਾ ਵਿਰੋਧ ਕਰ ਰਹੇ ਨੇ। ਹੋ ਸਕਦਾ ਇਹ ਸ਼ੈਤਾਨੀ ਵਾਲੀ ਉਹ ਵੀ ਹੋਏ ਉਹਦੇ ਵਿੱਚ। ਦੂਜਾ ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਇਕੱਲਿਆਂ ਜਾਣਾ ਚਾਹੁੰਦੀ ਹੈ, ਇਸ ਕਰਕੇ ਹੋ ਸਕਦਾ ਹੈ ਕਿ ਉਹਨੇ ਸੋਚਿਆ ਹੋਏ ਕਿ ਮੈਂ ਇਹਦੇ ਵਿੱਚ ਥੋੜਾ ਜਿਹਾ ਆਪਣੀ ਓਵਲੀ ਇਮੇਜ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰਾਂ। ਤੇ ਇਹ ਉਹਦੇ ਵਿੱਚ ਉਹਦੀ ਇੱਕ ਸਿਆਸਤ ਹੈ, ਇਹਦੇ ਚ ਸਿੱਧੀ ਜੀ ਗੱਲ ਹੈ, ਕਿਉਂਕਿ ਉਹ ਸਿਆਸਤ ਹੈ। ਉਹਨਾਂ ਨੇ ਜਦੋਂ ਸਿਆਸਤ ਖੇਡਣੀ, ਉਹਨਾਂ ਨੇ ਕੁਝ ਬਲੈਕ ਲਿਸਟਾਂ ਜਿਹੜੀਆਂ ਸਾਡੇ ਸਿੱਖਾਂ ਦੀਆਂ ਸੀ ਉਹਦੇ ਵਿੱਚ ਵੀ ਕੁਝ ਕਮੀ ਦਿਖਾਈ ਸੀ। ਔਰ ਇਹ ਵੀ ਯਾਦ ਹੈ ਤੁਹਾਨੂੰ 550 ਸਾਲਾ ਗੁਰੂ ਨਾਨਕ ਸਾਹਿਬ ਦਾ ਆਇਆ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਆਪਾਂ ਕਾਫੀ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨੂੰ ਰਿਹਾ ਵੀ ਕਰ ਸਕਦੇ ਹਾਂ, ਤੇ ਅਮਿਤ ਸ਼ਾਹ ਨੇ ਗੱਲ ਕਹਿ ਵੀ ਦਿੱਤੀ ਸੀ, ਪਰ ਬਾਅਦ ਚੋਂ ਥੋੜਾ ਜਿਹਾ ਰੋਲਾ ਰੱਪਾ ਪੈ ਗਿਆ, ਵਿੱਚੋਂ ਇੱਕ ਅੱਧੇ ਦੀ ਰਿਹਾਈ ਹੋਈ ਤੇ ਫਿਰ ਉਸ ਤੋਂ ਬਾਅਦ ਉਹ ਹੋ ਗਿਆ। ਤੇ ਇਹ ਕਿਤੇ ਨਾ ਕਿਤੇ ਸਰਕਾਰ ਚਾਹੁੰਦੀ ਹੈ ਮੈਂ ਪੰਜਾਬ ਦੇ ਵਿੱਚ ਬਣ ਕੇ ਆਈਏ, ਔਰ ਇਹ ਜਿਹੜਾ ਨਾ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਹੁਣ। ਬਿਲਕੁਲ, ਪਰ ਕਿਤੇ ਨਾ ਕਿਤੇ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਡੇਟਾ ਦੇ ਵਿੱਚ ਤਾਂ ਚੰਗੀ ਲੱਗਦੀ ਹੈ ਕਿ ਅਨਾਉਂਸਮੈਂਟਸ ਤੇ ਹੋ ਜਾਂਦੀਆਂ ਨੇ, ਪਰ ਪ੍ਰੈਕਟੀਕਲ ਤੌਰ ਤੇ ਕੁਝ ਨਹੀਂ ਹੁੰਦਾ। ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਪਹਿਲਾਂ ਖੋਲ੍ਹਿਆ ਹੋਇਆ ਸੀ, ਹੁਣ ਜਿਹੜਾ ਹੈਗਾ 1 ਸਾਲ ਬਾਅਦ ਲਾਂਘਾ ਇਸ ਟਾਈਮ ਬੰਦ ਹੈ, ਜਦਕਿ ਬਾਕੀ ਜਿਹੜੇ ਸਾਰੇ ਕਾਰ ਵਿਹਾਰ ਨੇ ਉਹ ਇਸ ਟਾਈਮ ਖੁੱਲ ਚੁੱਕੇ ਨੇ। ਤੇ ਤੁਸੀਂ ਈਮੇਲ ਦੀ ਗੱਲ ਕੀਤੀ, ਜਿਹੜੀ IRCTC ਵੱਲੋਂ ਜਿਹੜਾ ਹੈ ਤਕਰੀਬਨ 2 ਕਰੋੜ ਈਮੇਲਸ ਭੇਜੀਆਂ ਗਈਆਂ। ਤੇ ਸਰਦਾਰ ਜਰਨੈਲ ਸਿੰਘ ਜੀ, ਤੁਹਾਨੂੰ ਇਹ ਨਹੀਂ ਲੱਗਦਾ, ਕਿਉਂਕਿ ਅਸੀਂ ਤਾਂ ਇਹ ਸੋਚ ਰਹੇ ਹਾਂ ਕਿਤੇ ਨਾ ਕਿਤੇ ਡੇਟਾ ਦਾ ਮਿਸਯੂਜ਼ ਹੈ, ਇਹ ਉਸ ਦੀ ਬਰੀਚ ਹੈਗੀ ਹੈ ਕਿ ਲੋਕਾਂ ਦੇ ਪਰਸਨਲ ਡੇਟਾ ਨੂੰ ਤੁਸੀਂ ਜੇ ਆਪ ਦੀ ਪ੍ਰਮੋਸ਼ਨ ਦੇ ਲਈ ਯੂਜ਼ ਕਰ ਰਹੇ ਹੋ, ਤੇ ਕੀ ਇਹ ਠੀਕ ਹੈ ਤੁਹਾਡੇ ਹਿਸਾਬ ਦੇ ਨਾਲ? ਕਿਸ ਤਰ੍ਹਾਂ ਸੋਚਦੇ ਆ ਤੁਸੀਂ? ਇਹ ਤਾਂ ਬਿਲਕੁਲ ਗਲਤ ਹੈ ਜੀ। ਤੁਸੀਂ ਸਰਕਾਰ ਜਿਹੜੀ ਹੈ ਉਹ ਆਪਣਾ ਇਸ ਤਰ੍ਹਾਂ ਦੇ ਨਾਲ ਕਿਸੇ ਪ੍ਰੋਪਗੈਂਡਾ ਕਰਨ ਵਾਸਤੇ ਐਵੇਂ ਆਪਣਾ ਸਰਕਾਰ ਦੇ ਵਸੀਲੇ ਇਸਤੇਮਾਲ ਨਹੀਂ ਕਰ ਸਕਦੀ। ਤੇ ਇਹ ਜਿਹੜਾ ਆ ਇਹ ਸਰਕਾਰ ਨੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੈਰ ਇਹ ਸਰਕਾਰ ਤਾਂ ਸਭ ਕੁਝ ਹੀ ਕਰੀ ਜਾਂਦੀ ਹੈ। ਹੁਣ ਤਾਂ ਫੇਸਬੁੱਕ ਨੂੰ ਵੀ ਓਵਰਟੇਕਨ ਕੀਤਾ ਹੋਇਆ, WhatsApp ਨੂੰ ਵੀ ਓਵਰਟੇਕਨ ਕੀਤਾ ਹੋਇਆ। ਇਹ ਤਾਂ ਸਾਨੂੰ ਪਤਾ ਹੀ ਹੈ ਵੀ ਕਿੱਦਾਂ ਹੁੰਦਾ ਆ। ਹੁਣ ਤਾਂ ਇਹ ਕਿਸਾਨ ਏਕਤਾ ਮੋਰਚਾ ਵਾਲਿਆਂ ਦਾ ਜਿਹੜਾ ਉਹਨਾਂ ਨੇ ਵਿਚਾਰਿਆਂ ਨੇ ਆਪਣਾ ਉਹ ਬਣਾਇਆ ਅਕਾਊਂਟ ਬਣਾਇਆ ਸੀ ਫੇਸਬੁੱਕ ਤੇ, ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ ਸੀ। ਉਹ ਤਾਂ ਜਦੋਂ ਪਹਿਲਾਂ ਹੋਰ ਜਿਹੜੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ, ਪਹਿਲਾਂ ਜਿਹੜੇ ਆਪਣੇ ਕਈ ਸਿੱਖਾਂ ਦੇ ਤੁਹਾਡਾ ਅਕਾਲ ਚੈਨਲ ਵੀ ਪਿੱਛੇ ਬੰਦ ਹੋਇਆ ਸੀ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਹੋਇਆ ਸੀ। ਤੇ ਉਹ ਤਾਂ ਫਿਰ ਤੁਸੀਂ ਯਾਦ ਰੱਖੋ, ਇਹ ਤਾਂ ਛੋਟੀ ਜਿਹੀ ਗੱਲ ਹੈ ਜੇ ਤੇ ਇਹਨਾਂ ਦੇ ਕੋਲ ਇੰਡੀਅਨ ਰੇਲਵੇ ਹੈਗੀ ਆ। ਇਹ ਤਾਂ ਵੀ ਉੱਥੇ ਤੱਕ ਇਹਨਾਂ ਨੇ ਆਪਣੀ ਰੀਚ ਬਣਾਈ ਹੋਈ ਹੈ। ਤੁਸੀਂ ਹੁਣ ਉਸ ਮਸਲੇ ਦੇ ਉੱਤੇ ਦੇਖ ਲਵੋ ਨਾ ਕਿ ਜਿਹੜਾ ਆਪਣਾ ਉੱਥੇ ਵਾਲ ਸਟਰੀਟ ਜਰਨਲ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਬਈ ਕਿਸ ਤਰ੍ਹਾਂ ਦੇ ਬਜਰੰਗ ਦਲ ਵਾਲੀ, ਉਹ ਬਜਰੰਗ ਦਲ ਦੇ ਉੱਤੇ ਲੈ ਕੇ ਬਈ ਕਿਸ ਤਰ੍ਹਾਂ ਦੇ ਨਾਲ ਫੇਸਬੁੱਕ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਤੇ ਹੋਰ ਕਿਸ ਤਰ੍ਹਾਂ ਦੇ ਨਾਲ ਵਾਲ ਸਟਰੀਟ ਜਰਨਲ ਨੇ ਉਹ ਰਿਪੋਰਟ ਦਿੱਤੀ ਹੈ। ਉਹਦੇ ਬਾਅਦ ਹੁਣ ਇੱਥੇ ਫੇਸਬੁੱਕ ਦਾ ਹੈਡ ਜਿਹੜਾ ਭਾਰਤ ਦਾ, ਉਹ ਕਹਿੰਦਾ ਨਹੀਂ ਨਹੀਂ ਜੀ ਐਸੀ ਕੋਈ ਗੱਲ ਨਹੀਂ ਹੈ, ਸਾਨੂੰ ਉਹਦੇ ਖਿਲਾਫ ਕੁਝ ਐਸਾ ਮਿਲਿਆ ਹੀ ਨਹੀਂ।
ਤੇ ਇਸ ਕਰਕੇ ਜਿੰਨੀਆਂ ਵੀ ਨੇ ਫੇਸਬੁੱਕ ਪਲੇਟਫਾਰਮਸ ਜਿਹੜੇ ਹੈਗੇ ਨੇ, ਸੋਸ਼ਲ ਮੀਡੀਆ ਦੇ ਵੱਡੇ ਪਲੇਟਫਾਰਮ ਨੇ, ਇਹ ਸਰਕਾਰਾਂ ਦੇ ਪ੍ਰੈਸ਼ਰ ਦੇ ਵਿੱਚ ਆ ਰਹੇ ਨੇ ਔਰ ਇਹ ਸਰਕਾਰਾਂ ਦਾ ਏਜੰਡਾ ਚਲਾਉਂਦੇ ਨੇ। ਔਰ ਇਹੋ ਜੀ ਜਿਹੜੀ ਪਿੱਛੇ ਇੱਥੇ ਹੀ ਨਹੀਂ, ਅਮਰੀਕਾ ਤੱਕ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਵਾਲ ਉੱਠਦੇ ਰਹੇ ਨੇ, ਜ਼ੁਕਰਬਰਗ ਦੇ ਉੱਤੇ, ਬਾਕੀਆਂ ਦੇ। ਹੁਣ ਕਈ ਜਿਹੜੇ ਦੇਸ਼ ਨੇ ਉਹ ਇਹਨਾਂ ਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ ਜਾਂ ਇਹਨਾਂ ਨੂੰ ਕਿੱਦਾਂ ਇਹਨਾਂ ਦੇ ਵਾਸਤੇ ਗਾਈਡਲਾਈਨਸ ਹੋਣੀਆਂ ਚਾਹੀਦੀਆਂ, ਉਹ ਸਭ ਤੈਅ ਕਰਨ ਦੀਆਂ ਗੱਲਾਂ ਕਰ ਰਹੇ ਨੇ। ਹੁਣ ਜਿੱਦਾਂ ਤੁਸੀਂ ਦੇਖੋ ਇਹ ਆਪਣਾ ਰਿਪਬਲਿਕ ਟੀਵੀ ਵਾਲਿਆਂ ਦੇ ਉੱਤੇ ਯੂਕੇ ਦੇ ਵਿੱਚ ਹੁਣ ਲਾਇਆ ਗਿਆ ਜੀ, ਬਿਲਕੁਲ ਪੈਨਲਟੀ ਫਾਈਨ ਲਾਈ ਹੋਇਆ ਗਈ ਹੈ, ਉਹਨਾਂ ਨੂੰ 20,000 ਪਾਉਂਡ ਦਾ ਜੀ, 20,000 ਪਾਉਂਡ ਦੀ ਪੈਨਲਟੀ ਲਾਈ ਗਈ ਹੈ। ਹੁਣ ਕਿਤੇ ਨਾ ਕਿਤੇ ਉਹ ਕਰਨ ਦੀ ਲੋੜ ਹੈ, ਕੁੰਡਾ ਰੱਖਣ ਦੀ ਲੋੜ ਹੈ। ਪਰ ਸਵਾਲ ਇਹ ਹੁੰਦਾ ਕਦੇ ਕੁੰਡਾ ਰੱਖਣ ਦੇ ਚੱਕਰ 'ਚ ਕਦੇ ਆਪਣਾ ਕੁੰਡਾ ਚਲਾ ਦਿੰਦੇ ਨੇ, ਜਿੱਦਾਂ ਅਕਾਲ ਚੈਨਲ ਨੂੰ ਬੰਦ ਕਰਾ ਦਿਓ ਜਾਂ ਉਹਨੂੰ ਕਰਾ ਦਿਓ। ਤੇ ਇਹਦੇ 'ਚ ਇੱਕ ਇਮਾਨਦਾਰੀ ਦੀ ਲੋੜ ਹੈ, ਇਹ ਸਰਕਾਰ ਵੀ ਕਰ ਰਹੀ ਹੈ, ਉਸ ਬੇਜਾ ਇਸਤੇਮਾਲ ਕਰ ਰਹੀ ਹੈ। ਬਿਲਕੁਲ ਜੀ। ਤੇ ਹੁਣ ਆਪਾਂ ਇੱਕ ਵਾਰੀ ਦੁਬਾਰਾ ਮੋਰਚੇ ਦੀ ਜਿਹੜੀ ਗੱਲਬਾਤ ਕਰਦੇ ਹਾਂ ਕਿ ਜੇ ਆਪਾਂ ਦੇਖੀਏ ਕਿ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਦਾ ਇਨਕਲਾਬ ਹੈ ਜਿਸ ਦੇ ਵਿੱਚ ਆਪਾਂ ਦੇਖੀਏ ਕਿ ਲੀਡ ਤੇ ਸਿੱਖਾਂ ਨੇ ਕੀਤਾ, ਪਰ ਹੌਲੀ-ਹੌਲੀ ਜਿਹੜੇ ਸਾਰੇ ਵਰਗ ਇਸ ਦੇ ਵਿੱਚ ਸਾਹਮਣੇ ਆਏ, ਹਰੇਕ ਧਰਮ ਦੇ ਲੋਕ ਨੇ ਸਪੋਰਟ ਦਿੱਤੀ, ਹਰਿਆਣੇ ਵਾਲਿਆਂ ਨੇ ਦਿੱਤੀ, ਰਾਜਸਥਾਨ ਵਾਲਿਆਂ ਨੇ ਦਿੱਤੀ ਔਰ ਇੱਕ ਵੱਡਾ ਜਿਹੜਾ ਮੋਰਚਾ ਹੈ ਉੱਭਰ ਕੇ ਸਾਹਮਣੇ ਆਇਆ ਹੈਗਾ। ਤੇ ਸਰਦਾਰ ਜਰਨੈਲ ਸਿੰਘ ਜੀ, ਤੁਹਾਡੇ ਕੋਲੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੁਝ ਤੱਥ ਇਹ ਸਾਹਮਣੇ ਆ ਰਹੇ ਨੇ ਕਿ ਜਿਹੜੀ ਯੂਨੀਅਨਸ ਦੀ ਜਿਹੜੀ ਕਾਮਰੇਡੀ ਸੋਚ ਹੈਗੀ ਆ ਉਹ ਮਸਲੇ ਦਾ ਹੱਲ ਨਾ ਹੋਣ ਦਾ ਕਾਰਨ ਹੋ ਸਕਦੀ ਆ। ਤੁਸੀਂ ਐਜ਼ ਅ ਜਰਨਲਿਸਟ ਇਸ ਨੂੰ ਕਿਸ ਪੱਖ ਤੋਂ ਦੇਖਦੇ ਹੈਗੇ ਆ? ਕੀ ਇਸ ਦੇ ਵਿੱਚ ਕੋਈ ਸੱਚਾਈ ਹੈ ਜਾਂ ਇਹ ਸੋਚ ਜੇ ਬਦਲੀ ਜਾਵੇ? ਜੀ, ਆਪਾਂ ਇਸ ਨੂੰ ਕਿਸੇ ਪਾਸੇ ਨਹੀਂ ਸੋਚੇ ਕਿਉਂਕਿ ਸਾਰੇ ਇਹਦੇ ਨਾਲ ਨੇ ਮਸਲੇ ਦੇ ਉੱਤੇ। ਪਰ ਮੇਰਾ ਮੰਨਣਾ ਹੈ ਕਿ ਇਸ ਨੂੰ ਇਹ ਜਿਹੜਾ ਹੁੰਗਾਰਾ ਮਿਲਿਆ ਸਾਨੂੰ ਸਮਝਣਾ ਪੈਣਾ ਹੈ, ਇਹ ਹੁੰਗਾਰਾ ਸਿਰਫ ਕਿਸਾਨੀ ਮੁੱਦਾ ਹੋਣ ਕਰਕੇ ਮਿਲਿਆ ਵੀ ਕਿਸਾਨ ਦਾ ਭਵਿੱਖ ਕਿੱਧਰ ਨੂੰ ਆ, ਕਿਸਾਨ ਦੀ ਸੋਰਸ ਆਫ ਇਨਕਮ ਨਾ ਖਤਮ ਹੋ ਜਾਵੇ, ਕਿਸਾਨ ਦੀ ਜ਼ਮੀਨ ਨਾ ਚਲੀ ਜਾਵੇ, ਇਹ ਉਹਦੇ ਉੱਤੇ ਹੈ। ਇਹ ਕਿਸੇ ਇਸ ਕਰਕੇ ਨਹੀਂ ਖੜਾ ਹੋਇਆ ਕਿ ਇਹ ਕਮਿਊਨਿਸਟ ਯੂਨੀਅਨਾਂ ਨੇ ਖੜਾ ਕੀਤਾ ਸੀ ਜਾਂ ਇਹਦੇ ਪਿੱਛੇ ਕੋਈ ਗਾਇਕ ਆ ਗਏ ਜਾਂ ਇੱਥੇ ਕੋਈ ਢਾਡੀ ਆ ਕੇ ਵਾਰ ਗਾ ਗਿਆ ਜਾਂ ਇੱਥੇ ਕੋਈ ਕੀਰਤਨ ਕਰ ਗਿਆ, ਇਸ ਕਰਕੇ ਨਹੀਂ ਹੈ, ਜਾਂ ਕੋਈ ਉਸ ਕਰਕੇ ਨਹੀਂ ਹੈ। ਇਸ ਕਰਕੇ ਇਸ ਨੂੰ ਕਿਸੇ ਵੀ ਆਈਡੀਓਲੋਜੀ ਦਾ ਬੰਧਕ ਨਹੀਂ ਬਣਾਉਣਾ ਚਾਹੀਦਾ। ਇਹਦੇ ਵਿੱਚ ਸਿਰਫ ਸੁਪਰੀਮ ਹਿੱਤ ਹੋਣਾ ਚਾਹੀਦਾ ਕਿਸਾਨ ਦਾ। ਉਹ ਕਿੱਥੇ ਹੈ? ਇਹ ਨਾ ਹੋਵੇ ਕਿ ਜਿੱਦਾਂ ਆਪਣੇ ਕਮਿਊਨਿਸਟ ਦੀ ਆਪਣੀ ਇੱਕ ਸੋਚ ਹੁੰਦੀ ਹੈ ਵੀ ਕਾਰਪੋਰੇਟ ਆਣ ਹੀ ਨਹੀਂ ਦੇਣਾ। ਜਦੋਂ ਭਾਰਤ ਦੇ ਵਿੱਚ ਵੀ ਕੰਪਿਊਟਰ ਆਉਣ ਲੱਗਾ ਇਹਨਾਂ ਨੇ ਬੜਾ ਵਿਰੋਧ ਕੀਤਾ ਵੀ ਕੰਪਿਊਟਰ ਆਊਗਾ ਨੌਕਰੀਆਂ ਚਲੀ ਜਾਣਗੀਆਂ, ਇਹ ਹੋ ਜਾਊਗਾ। ਜਦੋਂ ਮਨਮੋਹਨ ਸਿੰਘ ਨੇ ਲਿਬਰਲਾਈਜੇਸ਼ਨ ਦੀ ਪਾਲਿਸੀ ਲਿਆਂਦੀ 1991 ਦੇ ਵਿੱਚ, ਇਹਨਾਂ ਨੇ ਜੰਮ ਕੇ ਵਿਰੋਧ ਕੀਤਾ ਵੀ ਆਪਾਂ ਇਹ ਤਾਂ ਜਿਹੜਾ ਆ ਭਾਰਤ ਦੀ ਹਾਲਤ, ਜਦ ਕਿ ਭਾਰਤ ਉਹਦੇ ਬਾਅਦ ਉਹਦੀ 2 ਡਿਜਿਟ ਦੇ ਵਿੱਚ ਪ੍ਰੋਗਰੈਸ ਹੋਈ ਤੇ ਜਿੰਨੀ ਪ੍ਰੋਗਰੈਸ ਉਸ ਵੇਲੇ ਹੋਈ ਹੈ ਅੱਜ ਜੋ ਕਿਤੇ ਖੜਾ ਹੈ ਮਾੜਾ ਮੋਟਾ ਉਹਦੇ ਵਿੱਚ ਜਾਨ ਆਈ ਹੈ, ਜੋ ਗਰੀਬੀ ਤੋਂ ਥੋੜਾ ਜਿਹਾ ਬਾਹਰ ਆਇਆ, ਜਾਂ ਮੰਨ ਲਓ ਕੁਝ ਪੈਸਾ ਆਇਆ, ਇਨਕਮ ਵਧੀ, ਜੋ ਪ੍ਰੋਗਰੈਸ ਹੋਈ, ਜੋ ਗ੍ਰੋਥ ਹੋਈ, ਉਹ ਉਹਦੇ ਕਰਕੇ ਹੋਈ। ਉਦੋਂ ਵੀ ਵਿਰੋਧ ਕਰਦੇ ਰਹੇ। ਹੁਣ ਕਿਤੇ ਵੀ ਨਹੀਂ ਕਾਰਪੋਰੇਟ ਨਹੀਂ ਆਉਣਾ ਚਾਹੀਦਾ, ਕਾਰਪੋਰੇਟ ਨਹੀਂ ਆਉਣਾ ਚਾਹੀਦਾ, ਕਾਰਪੋਰੇਟ ਨਹੀਂ ਆਉਣਾ ਚਾਹੀਦਾ ਮਤਲਬ ਸਰਕਾਰ। ਹੁਣ ਤੁਸੀਂ ਕੱਲ ਪਰਸੋਂ ਦੇਖੋ ਸਰਕਾਰ ਨੇ ਆਪਣਾ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਵੀ ਵੇਚਤਾ, ਸਰਕਾਰ 에ਅਰ ਇੰਡੀਆ ਵੀ ਵੇਚ ਰਹੀ ਹੈ। ਸਰਕਾਰ ਜਿਹੜੀ ਹੈ ਆਪਣੇ ਸਾਰੇ ਅਦਾਰੇ ਵੇਚਦੀ ਹੈ। ਤਕਰੀਬਨ 27 ਇਹੋ ਜਿਹੀਆਂ ਨਵਰਤਨ ਕੰਪਨੀਆਂ ਜਿਹੜੀਆਂ ਸਰਕਾਰ ਦੀ ਪਾਲਿਸੀ ਹੈ ਕਿ ਵੀ ਸਾਡਾ ਕੰਮ ਇਹ ਨਹੀਂ ਹੈ ਕੰਪਨੀਆਂ ਚਲਾਉਣਾ, ਸਾਡਾ ਕੰਮ ਇਹ ਨਹੀਂ, ਇਹਨਾਂ ਦੀ ਇੱਕ ਪਾਲਿਸੀ ਚੱਲ ਰਹੀ ਹੈ। ਤੇ ਉਹ ਕਿਸ ਹੱਦ ਤੱਕ BSNL ਵੀ ਵੇਚ ਦਿੱਤੀ ਹੈ, ਜੋ ਵੀ ਹੈ ਉਹ ਇੱਕ ਬਦਮਾਸ਼ੀ ਵੀ ਹੋ ਸਕਦੀ ਹੈ, ਜਾਂ ਮੰਨ ਲਓ ਕਿਸੇ ਕਾਰਪੋਰੇਟ ਨੂੰ ਵਧਾਉਣ ਵਾਸਤੇ ਕਰਪਸ਼ਨ ਵੀ ਹੋ ਸਕਦੀ ਹੈ, ਉਹ ਇੱਕ ਅਲੱਗ ਗੱਲ ਹੈ। ਪਰ ਗੱਲ ਇਹ ਹੈ ਕਿ ਤੁਸੀਂ ਇਹ ਸਿਰਫ ਸੋਚ ਕੇ ਵੀ ਕਾਰਪੋਰੇਟ ਨਹੀਂ ਆਉਣਾ ਚਾਹੀਦਾ, ਇਹ ਏਜੰਡਾ ਨਹੀਂ ਹੋਣਾ ਚਾਹੀਦਾ। ਏਜੰਡਾ ਇਹ ਹੋਣਾ ਚਾਹੀਦਾ ਕਿ ਕਿਸਾਨਾਂ ਦਾ ਫਾਇਦਾ ਕਿੱਥੇ ਹੈ ਕਿ ਨਹੀਂ ਹੈ। ਮੇਰਾ ਮੰਨਣਾ ਜੇ ਕਾਰਪੋਰੇਟ ਦੇ ਆਉਣ ਦੇ ਨਾਲ ਕਿਸਾਨ ਦੀ ਇਨਕਮ ਵੱਧਦੀ ਹੈ, ਉਹ ਕਿਸਾਨ ਨੂੰ ਗਰੰਟੀ ਮਿਲਦੀ ਹੈ, ਕਿਸਾਨ ਦੇ ਹਿੱਤ ਰਹਿੰਦੇ ਹੈ, ਤੇ ਆਉਣਾ ਚਾਹੀਦਾ। ਸਾਰੀ ਦੁਨੀਆ ਚ ਆਏ ਹੈ, ਭਾਵੇਂ ਅਮਰੀਕਾ ਚ ਬੈਠੇ ਆ, ਕੈਨੇਡਾ ਚ ਬੈਠੇ, ਜੇ ਅੰਗੂਰ ਹੁੰਦੇ ਆ ਉਹ ਵੇਚਦੇ ਆ। ਜੇ ਮੈਂ ਤੁਸੀਂ ਚਲੇ ਜਾ ਕੇ ਵੇਖ ਲਓ ਅਮਰੀਕਾ ਦੇ ਵਿੱਚ ਪਹਿਲੇ ਬਦਾਮ ਹੈ ਉਹ ਚਲੇ ਜਾਂਦੇ ਆ, ਕਾਜੂ ਹੈ ਉਹ ਚਲੇ ਜਾਂਦੇ, ਸਾਰੇ ਕੰਟਰੈਕਟ ਹੁੰਦਾ। ਪਰ ਕਿਸਾਨਾਂ ਦੇ ਹਿੱਤ ਜਿਹੜੇ ਰੱਖੇ ਜਾਂਦੇ, ਜੇ ਉਹਦੀ ਫਸਲ ਖਰਾਬ ਹੋ ਜਾਏ ਉਹਨੂੰ ਪੂਰਾ ਮੁਆਵਜ਼ਾ ਮਿਲਦਾ, ਉਹਦੇ ਨਾਲ ਕੋਈ ਦਿੱਕਤ ਹੋ ਜਾਏ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ, ਭਾਵੇਂ ਗੜੇ ਪੈ ਜਾਣ ਉਹਨੂੰ ਪ੍ਰੋਬਲਮ ਨਹੀਂ ਹੁੰਦੀ। ਇਸ ਤਰ੍ਹਾਂ ਦੇ ਮੇਰਾ ਮੰਨਣਾ ਕਿਸਾਨਾਂ ਦੇ ਹਿੱਤ ਜਿਹੜੇ ਆ ਨਾ, ਉਹਦੀ ਇਨਕਮ ਜਿਹੜੀ ਹੈ ਨਾ, ਉਹਦੇ ਉੱਤੇ ਕੋਈ ਸਾਹਮਣੇ ਰੱਖੀ ਜਾਣੀ ਚਾਹੀਦੀ, ਰਿਸਕ ਮਿਟੀਗੇਸ਼ਨ ਕਹਿੰਦੇ ਆ, ਉਹ ਨਹੀਂ ਹੋਣਾ ਚਾਹੀਦਾ। ਉਹ ਕਿਸਾਨ ਦਾ ਹਿੱਤ ਹੋਣਾ ਚਾਹੀਦਾ। ਬਾਕੀ ਤੁਸੀਂ ਇਹ ਸੋਚੋ ਕਿ ਨਹੀਂ ਕਾਰਪੋਰੇਟ ਨਹੀਂ ਆਉਣਾ ਚਾਹੀਦਾ, ਏਦਾਂ ਨਹੀਂ ਹੋਣਾ ਚਾਹੀਦਾ, ਇਸ ਏਜੰਡੇ ਦੇ ਵਿੱਚ ਇਸ ਪੂਰੇ ਮੋਰਚੇ ਨੂੰ ਨਹੀਂ ਫਸਾਉਣਾ ਚਾਹੀਦਾ। ਇਹਦੇ ਕਰਕੇ ਹੋ ਸਕਦਾ ਕਦੇ ਕਦੇ ਉਹ ਰਿਜਿਡਨੈਸ ਜਿਹੜੀ ਅੰਦਰ ਨੂੰ ਹੈਗੀ ਆ ਕਿ ਵੀ ਨਹੀਂ ਆਪਾਂ ਨੇ ਗੱਲ ਕਰਨੀ ਨਹੀਂ, ਇਸ ਕਰਕੇ ਕਿਸੇ ਫੈਸਲੇ ਤੱਕ ਨਾ ਪਹੁੰਚ ਪਾਣ, ਫਿਰ ਬੜੀ ਵੱਡੀ ਇੱਕ ਨਮੋਸ਼ੀ ਆਏਗੀ। ਕਿਉਂਕਿ
ਸਪੋਰਟ ਪੂਰੀ ਪੰਜਾਬ ਨੇ ਪੂਰੇ ਦੁਨੀਆ ਤੋਂ ਮਿਲ ਰਹੀ ਹੈ ਇਸ ਨੂੰ, ਤੇ ਫਿਰ ਜੀ। ਉਹ ਜੇ ਕੋਈ ਨਾ ਕੋਈ ਹੱਲ ਨਿਕਲਣਾ ਜ਼ਰੂਰੀ ਹੈ।